ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਹਮ ਅਵਗੁਣ ਭਰੇ ਏਕ ਗੁਣ ਨਾਹਿ। ਅੰਮ੍ਰਿਤ ਛਾਡ ਬਿਖੈ ਬਿਖ ਖਾਏ, ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਏ, ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਏ, ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸਰਨਾਈ, ਕਹਾ ਬੁੱਧ ਪ੍ਰਭ ਤੁਸ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਜਿਉ ਬੁਲਾਵਹਿ ਤਿਉ ਬੋਲਹੁ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਸੋ ਕਹੋ ਟਲ ਗੁਰ ਸੇਵੀਐ। ਅਹਨੁਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਕਿਆ ਗੁਣ ਤੇਰੇ ਸਾਰ ਸੰਭਾਲੇ, ਮੋਹ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰਹਿ ਚਤੁਰਾਈ, ਇਹੋ ਜਿਉ ਪਿੰਡ ਸਭ ਥਾਰੇ।
ਕਿਆ ਗੁਣ ਤੇਰੇ ਸਾਰ ਸੰਭਾਲੇ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹੋ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਣ, ਤੇਰੇ ਦਰਸ਼ਨ ਕਉ ਹਮ ਬਾਰੇ। ਰਹਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੇ, ਤੁਮ ਸਦਾ ਸਦਾ ਉਪਕਾਰੇ। ਸੋ ਕਿਸ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ। ਕਿਆ ਸੇਵ ਕਮਾਵੋ ਕਿਆ ਕਹਿ ਜਾਵੋ, ਬਿਦ ਕਿਤ ਪਾਵੋ ਦਰਸਾਰੇ। ਮਿਤ ਨਹਿ ਪਾਈਐ ਅੰਤ ਨ ਲਹੀਐ, ਮਨ ਤਰਸੈ ਚਰਨਾਰੇ। ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤ ਰੇ ਨਾਰੇ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤ ਰੇ ਨਾਰੇ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਬੜਿਆਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਵਾਹੂ ਪ੍ਰਗਟਿਓ ਮਰਦ ਗਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਹਕ ਹਕ ਆਦੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਐਸੇ ਦੀਨ ਦਇਆਲ ਸਤਿਗੁਰੂ। ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਖਾਲਸੇ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਲੇ, ਖਾਲਸੇ ਦੇ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ, ਖਾਲਸੇ ਦੇ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਚਵਰ ਸਤਰ ਤਖਤ ਦੇ ਮਾਲਕ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਾਰਪੂਰ, ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਪਹਿਲਾਂ ਪੰਜਾਂ ਬਾਣੀਆਂ ਦਾ ਨਿਤਨੇਮ, ਉਪਰੰਤ ਰਾਗੀ ਸਿੰਘਾਂ ਵੱਲੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਾਨੂੰ ਸਾਰਿਆਂ ਨੂੰ ਸਰਵਣ ਕਰਵਾ ਕੇ ਨਿਹਾਲ ਕਰ ਰਹੇ ਸਨ। ਸੋ ਆਓ ਹੁਣ ਕੁਝ ਸਮਾਂ ਜਿਹੜਾ ਹੈ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਸਤਿਗੁਰੂ ਜੀ ਕਿਰਪਾ ਕਰਨ, ਆਪ ਵਿੱਚ ਵਰਤਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਹੀ ਕਰਵਾ ਲੈਣ ਜੀ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ।
ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਦੇ ਅੰਦਰ ਮਹੱਲੇ ਪੰਜਵੇਂ ਤੋਂ ਭਾਵ ਜਿਨ੍ਹਾਂ ਦੇ ਬਾਰੇ ਭੱਟਾਂ ਨੇ ਗੁਰੂ ਕੀ ਬਾਣੀ ਦੇ ਅੰਦਰ ਬਚਨ ਕੀਤਾ ਹੈ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ। ਭੰਨ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਐਸੇ ਦੀਨ ਦਇਆਲ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ। ਦੋਹਿਤਾ ਬਾਣੀ ਕਾ ਬੋਹਿਥਾ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 738 ਉੱਪਰ ਸ਼ੋਭਾਇਮਾਨ ਹੈ। ਤੇ ਜਦੋਂ ਅਸੀਂ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਤੇ ਸਾਹਿਬ ਨੇ ਜਿਹੜੀ ਹੈ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ। ਸਤਿਗੁਰੂ ਜੀ ਦੀ ਬਾਣੀ 31 ਰਾਗਾਂ ਦੇ ਵਿੱਚ ਦਰਜ ਹੈ। ਇਹ ਜਿਹੜਾ ਸੂਹੀ ਰਾਗ ਹੈ ਇਹ 15ਵੇਂ ਸਥਾਨ ਤੇ ਦਰਜ ਹੈ। ਇਸ ਤੋਂ ਪਹਿਲੇ ਰਾਗ ਹਨ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ ਉਪਰੰਤ ਜਿਹੜਾ ਹੈ ਸੂਹੀ ਰਾਗ ਆਉਂਦਾ ਹੈ। ਸਤਿਗੁਰੂ ਜੀ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਅਕਾਲ ਪੁਰਖ ਵਾਹਿਗੁਰੂ ਜੀ, ਕਿਆ ਗੁਣ ਤੇਰੇ ਸਾਰ ਸੰਭਾਲੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਕਿਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਮੈਂ ਬਿਆਨ ਕਰਾਂ, ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਕਿਉਂਕਿ ਤੁਸੀਂ ਤੇ ਗੁਣਾਂ ਦੇ ਜਿਹੜੇ ਖਜ਼ਾਨੇ ਹੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿਆ ਗੁਣ ਤੇਰੇ ਸਾਰ ਸੰਭਾਲੀ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਯਾਦ ਕਰਾਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵਾਂ। ਮੋਹਿ ਨਿਰਗੁਣ ਕੇ ਦਾਤਾਰੇ, ਕਿ ਸਾਡੇ ਵਰਗੇ ਨੀਚਾਂ ਨੂੰ ਨਿਰਗੁਣਾਂ ਨੂੰ ਤਾਰਨ ਵਾਲੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾਤਾਰੇ, ਤੁਸੀਂ ਦਾਤੇ ਹੋ। ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰਾਂ, ਕਿਉਂਕਿ ਤੁਸੀਂ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਕੁ ਨਿਰਗੁਣਾਂ ਨੂੰ ਨੀਚਾਂ ਨੂੰ ਜਿਹੜਾ ਹੈ ਇਸ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਜਾਂ ਅਕਾਲ ਪੁਰਖ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣ ਨੇ। ਅਸੀਂ ਗੁਰੂ ਕੀ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਿਲ ਮਾਤ ਪਿਤਾ ਪਿੰਡ ਕਮਾਇਆ, ਜਿਹੜੀ ਜੀਵ ਦੀ ਜਿਹੜੀ ਹੈ ਉਹ ਰਚਨਾ ਕੀਤੀ ਹੈ। ਤੇ ਫਿਰ ਜਦੋਂ ਰਚਨਾ ਕੀਤੀ ਹੈ ਤੇ ਫਿਰ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ। ਤੇ ਇਹਦੀ ਮਾਤਾ ਦੇ ਪੇਟ ਦੇ ਵਿੱਚ ਜਿਹੜੀ ਹੈ ਮਾਤਾ ਦੇ ਉਦਰ ਦੇ ਵਿੱਚ ਜੀਵ ਦੀ ਰੱਖਿਆ ਕੀਤੀ ਹੈ। ਇਸ ਤੋਂ ਬਾਅਦ ਜਿਹੜਾ ਹੈ ਜੀਵ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ, ਜੀਵ ਦਾ ਸੰਸਾਰ ਦੇ ਵਿੱਚ ਜਨਮ ਹੋਇਆ ਹੈ। ਤੇ ਜੀਵ ਦੀ ਹਾਲਤ ਕੀ ਹੋ ਗਈ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚੇਤ ਲਾਇਆ। ਜਦੋਂ ਇਸ ਦਾ ਜਨਮ ਹੋ ਗਿਆ ਉਦੋਂ ਕੀ ਹੋਇਆ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚੇਤ ਲਾਇਆ। ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਿਆ ਏ ਤੇ ਦੁਨੀਆ ਦੇ ਨਾਲ ਆਪਣਾ ਜਿਹੜਾ ਇਹਨੇ ਹੈ ਇਹ ਚਿੱਤ ਜੋੜ ਲਿਆ ਏ। ਫਿਰ ਜੀਵ ਦਾ ਜਨਮ ਹੋਇਆ। ਜੀਵ ਦੇ ਜਨਮ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਇਹਦੇ ਰਿਜ਼ਕ ਦਾ ਪ੍ਰਬੰਧ ਕੀਤਾ, ਕਿਉਂਕਿ ਪਹਿਲੋਂ ਦੇਤਾ ਰਿਜ਼ਕ ਸਮਾਹਾ ਪਿਛੋ ਦੇਤਾ ਜੰਤੋ ਪਾਹਾ। ਜੀਵ ਦੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਹੈ ਜੀਵ ਵਾਸਤੇ ਰਿਜ਼ਕ ਦਾ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਬੰਧ ਕੀਤਾ। ਤੇ ਉਸ ਤੋਂ ਬਾਅਦ ਕੀ ਕੀਤਾ, ਜੀਓ ਪਾਏ ਪਿੰਡ ਜਨ ਸਾਜਿਆ
ਦਿੱਤਾ ਪਹਿਨਣ ਖਾਣ। ਕਿ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਹੋਰ ਬਖਸ਼ਿਸ਼ ਇਸ ਜੀਵ ਦੇ ਉੱਤੇ ਕਰ ਦਿੱਤੀ ਕਿ ਇਸ ਨੂੰ ਜੀਓ ਪਾਏ। ਪਿੰਡ, ਪਿੰਡ ਦਾ ਅਰਥ ਹੈ ਸਰੀਰ। ਸਾਹਿਬ ਕਹਿਣ ਲੱਗੇ ਜਿਨ ਸਾਜਿਆ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ ਏ, ਕੱਲਾ ਸਰੀਰ ਹੀ ਨਹੀਂ ਦਿੱਤਾ ਕਿਉਂਕਿ ਇਹਦੇ ਵਿੱਚ ਸਵਾਸ ਵੀ ਦਿੱਤੇ ਨੇ। ਨਹੀਂ ਤੇ ਅਸੀਂ ਸਰੀਰ ਦੀ ਗੱਲ ਕਰੀਏ ਤੇ ਕਿਸੇ ਵੇਲੇ ਬੱਚੇ ਦਾ ਸਰੀਰ ਜਿਹੜਾ ਏ ਉਹ ਮਾਤਾ ਦੇ ਉਦਰ ਦੇ ਵਿੱਚ ਸੰਪੂਰਨ ਹੋਇਆ ਹੁੰਦਾ ਏ, ਭਾਵ ਪੂਰਾ ਬਣਿਆ ਹੁੰਦਾ ਏ। ਪਰ ਜਦੋਂ ਉਹਦਾ ਜਨਮ ਹੁੰਦਾ ਏ ਉਹਦੇ ਅੰਦਰ ਸਵਾਸ ਨਹੀਂ ਚੱਲਦੇ ਪਏ ਹੁੰਦੇ, ਭਾਵ ਉਹ ਜਿਹੜਾ ਏ ਉਹਦੀ ਮੌਤ ਹੋਈ ਹੁੰਦੀ ਹੈ। ਸਾਹਿਬ ਕਹਿਣ ਲੱਗੇ ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਫਿਰ ਜਿਹੜਾ ਇਹ ਜੀਵ ਤੇ ਪਰਉਪਕਾਰ ਕੀਤਾ ਹੈ ਕਿ ਇਹਨੂੰ ਪਹਿਨਣ ਵਾਸਤੇ ਵਸਤਰ ਦਿੱਤੇ ਨੇ, ਖਾਣ ਵਾਸਤੇ ਭੋਜਨ ਦਿੱਤਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਨੇ ਕਿ ਮਿਲ ਮਾਤ ਪਿਤਾ ਪਿੰਡ ਕਮਾਇਆ, ਮਿਲ ਸੁਰਤੈ ਲਿਖ ਪਾਇਆ, ਲਿਖ ਦਾਤ ਜੋਤ ਵਡਿਆਈ। ਸਤਿਗੁਰੂ ਜੀ ਨੇ ਇੱਕ ਹੋਰ ਬਚਨ ਕੀਤਾ। ਸਾਹਿਬ ਕਹਿਣ ਲੱਗੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਕੱਲਾ ਸਰੀਰ ਹੀ ਨਹੀਂ ਦਿੱਤਾ, ਸਰੀਰ ਦੇ ਜਿੰਨੇ ਵੀ ਅੰਗ ਨੇ ਉਹਨਾਂ ਨੂੰ ਸਹੀ ਸਲਾਮਤ ਰੱਖਿਆ ਹੋਇਆ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। 5 ਚੀਜ਼ਾਂ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਨੁੱਖ ਨੂੰ ਦਿੱਤੀਆਂ ਨੇ। ਕਿਹੜੀਆਂ 5 ਦਿੱਤੀਆਂ ਨੇ? ਦੀਨੇ ਹਸਤ, ਹਸਤ ਦਾ ਅਰਥ ਹੈ ਹੱਥ, ਪਾਵ ਦਾ ਅਰਥ ਹੈ ਪੈਰ, ਨੇਤਰ ਦਾ ਅਰਥ ਹੈ ਕਿ ਅੱਖਾਂ, ਦੀਨੇ ਹਸਤ ਪਾਵ। ਕਰਨ ਦਾ ਅਰਥ ਹੈ ਕੰਨ, ਨੇਤਰ ਦਾ ਅਰਥ ਹੈ ਅੱਖਾਂ ਤੇ ਰਸਨਾ ਦਾ ਅਰਥ ਹੈ ਜ਼ਬਾਨ। ਸਾਹਿਬ ਕਹਿਣ ਲੱਗੇ ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਜ਼ਬਾਨ ਦਿੱਤੀ ਏ, ਤੂੰ ਜਿਹੜਾ ਏ ਤੁਰਤ ਤੁਰਤ ਕਰਕੇ ਗੱਲਾਂ ਕਰਦਾ ਏ, ਕਿਸੇ ਨੂੰ ਅੱਗੋਂ ਗੱਲਾਂ ਦੇ ਵਿੱਚ ਵਾਰੇ ਨਹੀਂ ਆਉਣ ਦਿੰਦਾ ਮਨੁੱਖ। ਸਾਹਿਬ ਕਹਿਣ ਲੱਗੇ ਇਹ 5 ਚੀਜ਼ਾਂ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਪਰ ਜੀਵ ਦੀ ਹਾਲਤ ਕੀ ਹੋ ਗਈ? ਤਿਸਹਿ ਤਿਆਗ ਅਵਰ ਸੰਗ ਰਚਨਾ। ਇਹ ਜੀਵ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕੇ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਇਤਨਾ ਗਰਕ ਹੋ ਗਿਆ। ਤੇ ਜਦੋਂ ਖਚਤ ਹੋ ਗਿਆ, ਗਰਕ ਹੋ ਗਿਆ, ਤੇ ਫਿਰ ਸਾਹਿਬ ਕਹਿਣ ਲੱਗੇ ਫਰੀਦਾ 4 ਗਵਾਇਆ ਹੰਡ ਕੈ, 4 ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਸਾਹਿਬ ਕਹਿਣ ਲੱਗੇ ਸੰਸਾਰ ਦੇ ਵਿੱਚ ਤੂੰ ਇੱਕ ਕਾਰਜ ਕਰਨ ਵਾਸਤੇ ਆਇਆ ਸੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਣੀਆ। ਸੰਸਾਰ ਦੇ ਵਿੱਚ ਤੂੰ ਆਇਆ ਸਾਂ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਾ ਹੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਇੰਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਪਰਉਪਕਾਰ ਕੀਤੇ ਆ। ਪਰ ਇਹ ਜੀਵ ਦੀ ਹਾਲਤ ਹੈ, ਇਹ ਜੀਵ ਕਰਦਾ ਕੀ ਪਿਆ ਏ? ਆਇਆ ਤੇ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਸੀ। ਸਾਹਿਬ ਕਹਿਣ ਲੱਗੇ ਇਹਨੇ ਪਹਿਲੀ ਗੱਲ ਇਹ ਗਲਤੀ ਕਰ ਲਈ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਨੇ ਇਹ ਸੋਹਣਾ ਸਰੀਰ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਨਹੀਂ ਵਸਾਇਆ। ਤੇ ਹਾਲਤ ਕੀ ਹੋ ਗਈ? ਸਭ ਕਿਸ ਆਪਣਾ ਇੱਕ ਰਾਮ ਪਰਾਇਆ। ਸਾਰੀਆਂ ਚੀਜ਼ਾਂ ਨੂੰ ਆਪਣੀਆਂ ਸਮਝਦਾ ਹੈ, ਪਰ ਜਦੋਂ ਰੱਬ ਦੀ ਗੱਲ ਆਉਂਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆਉਂਦੀ ਹੈ, ਰਮੇ ਹੋਏ ਰਾਮ ਦੀ ਗੱਲ ਆਉਂਦੀ ਹੈ, ਤੇ ਸਾਹਿਬ ਕਹਿਣ ਲੱਗੇ ਸਭ ਕਿਸ ਆਪਣਾ ਇੱਕ ਰਾਮ ਪਰਾਇਆ। ਉਹਨੂੰ ਇਹ ਜਿਹੜਾ ਹੈ ਪਰਾਇਆ ਮੰਨਦਾ ਹੈ। ਇੱਥੇ ਹੀ ਬਸ ਨਹੀਂ, ਇਸ ਤੋਂ ਅੱਗੇ ਕੀ ਹੋਇਆ? ਸਾਹਿਬ ਕਹਿਣ ਲੱਗੇ ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਹੋਰ ਬਚਨ ਪੜ੍ਹਦੇ ਹਾਂ, ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ। ਸਾਹਿਬ ਕਹਿਣ ਲੱਗੇ ਰਮੇ ਹੋਏ ਰਾਮ ਦੇ ਗੁਣਾਂ ਨੂੰ ਚੇਤੇ ਕਰਿਆ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਨ ਮਹਿ ਜਿਨ ਹੈ ਉਬਾਰਿਆ। ਸਾਹਿਬ ਕਹਿਣ ਲੱਗੇ ਜਿਨੇ ਮਾਤਾ ਦੇ ਉਦਰ ਦੇ ਵਿੱਚ ਤੇਰੀ ਰੱਖਿਆ ਕੀਤੀ, ਗਰਭ ਅਗਨ ਮਹਿ ਜਿਨ ਹੈ ਉਬਾਰਿਆ। ਫਿਰ ਕੀ ਹੋਇਆ? ਬਾਰ ਬਵਸਥਾ ਤੁਝ ਹੈ ਪਿਆਰਾ ਦੂਧ। ਜਦੋਂ ਬਾਲਕ ਸੀ ਉਦੋਂ ਪੀਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਦੁੱਧ ਦਿੱਤਾ। ਬਾਰ ਬਵਸਥਾ ਤੁਝ ਹੈ ਪਿਆਰਾ ਦੂਧ,
ਭਰ ਜੋਬਨ ਭੋਜਨ ਸੁਖ ਸੂਧ। ਜਦੋਂ ਜਵਾਨੀ ਆ ਗਈ ਫਿਰ ਇਹਨਾਂ ਨੂੰ ਸੁੱਖਾਂ ਦੀ ਜਿਹੜੀ ਹੈ ਉਹ ਸੂਝ ਦੇ ਦਿੱਤੀ। ਤੂੰ ਸੰਸਾਰ ਦੇ ਵਿੱਚ ਰਹਿ ਕੇ ਕੀ ਕਾਰਜ ਕਰਨਾ ਹੈ ਤੇ ਜਿਹੜਾ ਕਾਰਜ ਕਰਨਾ ਹੈ ਤੇ ਕਿਹੜਾ ਨਹੀਂ ਕਰਨਾ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਨਹਿ ਬਿਲੰਬ ਧਰਮ ਬਿਲੰਬ ਪਾਪੰ। ਜਦੋਂ ਕੋਈ ਧਰਮ ਦਾ ਕਾਰਜ ਹੁੰਦਾ ਹੈ ਉਹਨੂੰ ਕਰਨ ਲੱਗਿਆ ਦੇਰੀ ਨਾ ਕਰਿਆ ਕਰ। ਕਿਉਂਕਿ ਜਿਹੜਾ ਕੋਈ ਪਾਪ ਦਾ ਕਾਰਨ ਹੈ ਉਹਨੂੰ ਕਰਨ ਲੱਗਿਆਂ ਦੇਰੀ ਕਰਿਆ ਕਰ। ਪਰ ਸਾਹਿਬ ਕਹਿਣ ਲੱਗੇ, ਇਸ ਜੀਵ ਦੀ ਹਾਲਤ ਇਹ ਹੋ ਗਈ, ਬੁਰੇ ਕਾਮ ਕਉ ਓਠ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਕੋਈ ਮਾੜਾ ਕਰਮ ਕਰਨਾ ਹੁੰਦਾ ਹੈ ਉਦੋਂ ਤੇ ਜੀਵ ਰਾਤ ਨੂੰ ਹੀ ਜਾਗ ਲੈਂਦਾ ਹੈ। ਬੁਰੇ ਕਾਮ ਕਉ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਅੰਮ੍ਰਿਤ ਵੇਲਾ ਸੰਭਾਲਣ ਦੀ ਗੱਲ ਆਉਂਦੀ ਹੈ ਜਾਂ ਗੁਰੂ ਕੀ ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ, ਸੇਵਾ ਕਰਨ ਦੀ ਗੱਲ ਆਉਂਦੀ ਹੈ, ਸਿਮਰਨ ਕਰਨ ਦੀ ਗੱਲ ਆਉਂਦੀ ਹੈ, ਉਦੋਂ ਕੀ ਹੁੰਦਾ, ਬੁਰੇ ਕਾਮ ਕਉ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਦੋਂ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ ਹੈ। ਇੱਥੇ ਹੀ ਨਹੀਂ, ਬਸ ਨਹੀਂ, ਸਾਹਿਬ ਕਹਿਣ ਲੱਗੇ, ਬਾਰ ਬਵਸਥਾ ਤੁਝ ਹੈ ਪਿਆਰਾ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਤੇ ਜਦੋਂ ਜਵਾਨੀ ਤੋਂ ਬਾਅਦ ਸਤਿਗੁਰੂ ਜੀ ਕਹਿਣ ਲੱਗੇ, 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਨ, 80 ਕਾ ਵਿਵਹਾਰ ਨ ਪਾਵੈ, 90 ਕਾ ਸਹਿਜਾਸਨੀ ਮੂਲ ਨ ਜਾਣੈ, ਆਪ ਬਲ ਢੰਡੋਲਮ ਢੂਡਮ ਡੇਠ ਮੈਂ ਨਾਨਕ ਜਗ, ਧੂਏ ਕਾ ਧਵਲ ਹਰ। ਤੇ ਸਾਹਿਬ ਕਹਿਣ ਲੱਗੇ, ਫਿਰ ਕੀ ਹੋਇਆ, ਬਿਰਧ ਭਇਆ ਉਪਰ ਸਾਕ ਸੈਨ। ਜਦੋਂ ਮਨੁੱਖ ਬਜ਼ੁਰਗ ਹੋ ਗਿਆ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਇਹਨੂੰ ਜਿਹੜੇ ਨੇ ਇਹਦੇ ਪੁੱਤਰ ਧੀਆਂ ਇਹਦੇ ਰਿਸ਼ਤੇਦਾਰ ਦੇ ਦਿੱਤੇ। ਬਿਰਧ ਭਇਆ ਉਪਰ ਸਾਕ ਸੈਨ। ਤੇ ਕੀ ਮਿਲਦਾ ਹੈ, ਮੁਖ ਅਪਿਆਓ ਬੈਠ ਕਉ ਦੈਨ। ਇਹਨੂੰ ਬੈਠੇ ਦੀ ਜਿਹੜੀ ਹੈ ਇਹਦੇ ਫਿਰ ਪੁੱਤਰ ਪੁੱਤਰੀਆਂ, ਦੋਤੇ ਦੋਤੀਆਂ, ਪੋਤਰੇ ਪੋਤਰੀਆਂ ਜਾਂ ਜਿੰਨੇ ਵੀ ਸੰਸਾਰ ਦੇ ਰਿਸ਼ਤੇਦਾਰ ਨੇ। ਸਾਹਿਬ ਕਹਿਣ ਲੱਗੇ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਸੂ ਨਾ ਬੂਝੈ। ਇਹ ਨਿਰਗੁਣ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਬੁੱਝਦਾ। ਇਹੋ ਨਿਰਗੁਣ ਗੁਣ ਕਸੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਕਿਉਂਕਿ ਸਾਡੀ ਹਾਲਤ ਇਹ ਹੈ, ਲੇਖੈ ਕਤਹਿ ਨਾ ਸੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰੋ ਤਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਕਿਹੇ ਦਤਾਰ ਵਾਹਿਗੁਰੂ ਜੀ, ਸਾਡੇ ਵਰਗੇ ਨੀਚਾਂ ਨੂੰ ਨਿਰਗੁਣਾਂ ਨੂੰ ਪਤਾ ਨਹੀਂ ਕਿੰਨਿਆਂ ਕੁ ਨੂੰ ਤੂੰ ਪਾਰ ਕੀਤਾ ਹੈ, ਤੇ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਜਿਹੜਾ ਹੈ ਉਹ ਵਰਣਨ ਕਰਾਂ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਇਹ ਗੁਣਾਂ ਦੀ ਗੱਲ ਕੀਤੀ, ਉੱਥੇ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਇੱਕ ਪਦਾ ਪੜ੍ਹਿਆ ਹੈ ਤੇ ਉਹਦੇ ਵਿੱਚ ਸਤਿਗੁਰੂ ਜੀ ਨੇ ਸਾਰੀਆਂ ਹੀ ਉਦਾਹਰਨਾਂ ਦੱਸ ਦਿੱਤੀਆਂ ਕੀ ਜੀਵ ਨੂੰ ਮਿਲਿਆ ਹੈ। ਪਰ ਜੀਵ ਤਾਂ ਵੀ ਕਹਿੰਦਾ ਹੈ, ਮੈਨੂੰ ਮਿਲਿਆ ਕੀ, ਮੈਨੂੰ ਕੀ ਲੋੜ ਹੈ ਬਾਣੀ ਪੜ੍ਹਨ ਦੀ, ਮੈਨੂੰ ਕੀ ਲੋੜ ਹੈ ਸੇਵਾ ਕਰਨ ਦੀ। ਸੰਤ ਗਿਆਨੀ ਮਸਕੀਨ ਸਿੰਘ ਜੀ ਕਿਹਾ ਕਰਦੇ ਸਨ, ਕਹਿੰਦੇ ਸਨ, ਜਦੋਂ ਮਨੁੱਖ ਨੇ ਧਰਮ ਕਮਾਉਣਾ ਹੋਵੇ ਨਾ, ਉਦੋਂ ਆਪਣਿਆਂ ਤੋਂ ਉੱਪਰ ਵਾਲਿਆਂ ਵੱਲ ਵੇਖੇ, ਆਪਣੇ ਤੋਂ ਵੱਡਿਆਂ ਵੱਲ ਵੇਖੇ, ਜਿਨ੍ਹਾਂ ਦਾ ਨੇਮ ਵੱਧ ਹੈ, ਜਿਨ੍ਹਾਂ ਦੀ ਸੇਵਾ ਵੱਧ ਹੈ, ਜਿਨ੍ਹਾਂ ਦਾ ਸਿਮਰਨ ਵੱਧ ਹੈ। ਪਰ ਜਦੋਂ ਸੰਸਾਰ ਦੇ ਵਿੱਚ ਵਿਚਰਨਾ ਹੋਵੇ ਤੇ ਆਪਣੇ ਤੋਂ ਨਿੱਕਿਆਂ ਵੱਲ ਵੇਖੇ ਕਿ ਉਹ ਵੀ ਤੇ ਹਨ, ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਘਰ ਨਹੀਂ, ਪਹਿਨਣ ਵਾਸਤੇ ਕੱਪੜਾ ਨਹੀਂ, ਖਾਣ ਵਾਸਤੇ ਭੋਜਨ ਨਹੀਂ। ਪਰ ਸੰਸਾਰ ਦੇ ਵਿੱਚ ਗੱਲ ਉਲਟੀ ਹੋ ਗਈ ਹੈ। ਅੱਜ ਜਦੋਂ ਸੰਸਾਰ ਦੇ ਵਿੱਚ ਵਿਚਰਨ ਦੀ ਗੱਲ ਆਉਂਦੀ ਹੈ ਤੇ ਮਨੁੱਖ ਕਹਿੰਦਾ ਹੈ, ਮੇਰੇ ਤੋਂ ਵੱਡੇ ਵੱਡੇ ਵੀ ਹੈਗੇ ਨੇ, ਮੈਂ ਉਹਨਾਂ ਦੀ ਰੀਸ ਕਰਨੀ ਹੈ। ਕਿਉਂਕਿ ਸਿਆਣੇ ਕਿਹਾ ਕਰਦੇ ਸਨ ਕਿ ਜਦੋਂ ਚਾਦਰ ਤੋਂ ਬਾਹਰ ਪੈਰ ਪਸਾਰੀਏ ਨਾ, ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਜਿੰਨਾ ਕੁ ਤੇਰੇ ਕੋਲ ਬਲ ਹੈ ਜਾਂ ਧਨ ਹੈ, ਤੂੰ ਉਹਨਾਂ ਕੁ ਹੀ ਜਿਹੜਾ ਹੈ ਉਹ ਕਾਰਜ ਕਰਿਆ ਕਰ। ਪਰ ਸਾਹਿਬ ਗਿਆਨੀ ਮਸਕੀਨ ਸਿੰਘ ਜੀ ਕਿਹਾ ਕਰਦੇ ਸਨ ਕਿ ਹੋਇਆ ਇਸ ਤੋਂ ਉਲਟ ਹੈ। ਅੱਜ ਜਦੋਂ ਸੰਸਾਰ ਦੇ ਵਿੱਚ ਵਿਚਰਨ ਦੀ ਗੱਲ ਆਉਂਦੀ ਹੈ, ਉਦੋਂ ਆਪਣੇ ਤੋਂ ਉੱਪਰਲਿਆਂ ਵੱਲ ਵੇਖਦਾ ਹੈ। ਜਦੋਂ ਧਰਮ ਕਮਾਉਣ ਦੀ ਗੱਲ ਆਉਂਦੀ ਹੈ, ਉਦੋਂ ਕਹਿੰਦਾ ਹੈ, ਮੈਂ ਤੇ ਫਿਰ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਕਰ ਲੈਂਦਾ ਵਾਂ। ਹੋ ਸਕਦਾ ਮੇਰੇ ਤੋਂ ਕਿੰਨੇ ਕੁ ਜਿਹੜੇ ਨੇ ਉਹ ਨੀਵੇਂ ਹੋਣ, ਜਿਹੜੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦੇ।
ਤੇ ਸਾਹਿਬ ਕਹਿਣ ਲੱਗੇ ਸੁਆਮੀ ਕੋ ਗ੍ਰਹਿ ਜੋ ਸਦਾ ਸੁਆਣ ਤਜਤ ਹੈ ਨਿਤ। ਜਿੱਥੇ ਇਹ ਗੱਲ ਕਹੀ ਉੱਥੇ ਸਾਹਿਬ ਕਹਿਣ ਲੱਗੇ ਤੀਰਥ ਵਰਤਿ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹ ਫਲਜਾਤ ਤਿਹ ਜਿਉ ਕੁੰਚਰੇ ਸਨਾਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜਿਉ ਪਿੰਡ ਸਭ ਥਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੈਂ ਤੁਹਾਡਾ ਅਕਾਲ ਪੁਰਖ ਵਾਹਿਗੁਰੂ ਜੀ ਬੈ ਖਰੀਦਿਆ ਮੁੱਲ ਖਰੀਦਿਆ ਹੋਇਆ ਸੇਵਕ ਹਾਂ। ਜਿਹੜੀ ਚੀਜ਼ ਮੁੱਲ ਖਰੀਦੀ ਜਾਵੇ ਨਾ ਫਿਰ ਉਹਦੇ ਵਿੱਚ ਮਾਲਕ ਦੀ ਮਰਜ਼ੀ ਚੱਲਦੀ ਹੈ, ਉਸ ਨੌਕਰ ਦੀ ਮਰਜ਼ੀ ਨਹੀਂ ਚੱਲਦੀ। ਸਾਹਿਬ ਕਹਿਣ ਲੱਗੇ ਬੈ ਖਰੀਦ ਕਿਆ ਕਰੇ ਚਤੁਰਾਈ। ਉਹ ਫਿਰ ਚਤੁਰਾਈਆਂ ਜਾਂ ਸਿਆਣਪਾਂ ਨਹੀਂ ਕਰਦਾ, ਕਿਉਂਕਿ ਉਹਨੂੰ ਲੋਕ ਕਹਿਣ ਲੱਗ ਪੈਂਦੇ ਨੇ ਅਸੀਂ ਤੇ ਤੈਨੂੰ ਜਿਹੜਾ ਏ ਉਹ ਖਰੀਦਿਆ ਹੋਇਆ ਏ। ਇੱਥੋਂ ਤੱਕ ਕਿ ਮਨੁੱਖ ਜਿਹੜਾ ਏ ਆਪਣੀ ਬੋਲੀ ਵੀ ਨਹੀਂ ਬੋਲ ਸਕਦਾ। ਜਿਹੋ ਜਿਹੀ ਬੋਲੀ ਉਹ ਬੋਲਣ ਵਾਸਤੇ ਕਹਿੰਦੇ ਨੇ ਉਹੋ ਜਿਹੀ ਮਨੁੱਖ ਨੂੰ ਬੋਲਣੀ ਪੈਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਖਰੀਦੇ ਹੋਏ ਸੇਵਕ ਹਾਂ। ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ। ਜੀਓ ਦਾ ਅਰਥ ਹੈ ਜਿੰਦ, ਪਿੰਡ ਦਾ ਅਰਥ ਹੈ ਸਰੀਰ, ਸਭ ਦਾ ਅਰਥ ਹੈ ਸਾਰੇ, ਥਾਰੇ ਦਾ ਅਰਥ ਹੈ ਤੁਹਾਡਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ। ਅਕਾਲ ਪੁਰਖ ਵਾਹਿਗੁਰੂ ਜੀ ਇਹ ਜੀਵ, ਇਹ ਪਿੰਡ, ਇਹ ਜਿੰਦ, ਇਹ ਸਾਰਾ ਕੋਈ ਤੂੰ ਹੀ ਦਿੱਤਾ ਹੈ। ਕਿਉਂਕਿ ਇਸੇ ਕਰਕੇ ਗੁਰੂ ਕਾ ਸਿੱਖ ਬਾਣੀ ਦੇ ਵਿੱਚ ਬਚਨ ਪੜ੍ਹਦਾ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕੋਇ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਿਪਾਲਕ, ਹਰ ਜੀ ਮੇਰੀ ਸਾਰ ਕਰੇ। ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਤੇ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਇਕ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਥਾਂ ਤੇ ਬਚਨ ਕਰਦੇ ਨੇ। ਸਾਹਿਬ ਕਹਿਣ ਲੱਗੇ ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤੋ ਬਾਰ ਗਣੀ ਮਨ ਗਾਰੈ। ਪਸ ਪਸ਼ੂ ਨਗ ਨਾਗਨ ਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਇਤਨਾ ਵੱਡਾ ਏ ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਾਡੇ ਦੋਸਾਂ ਨੂੰ ਤੇ ਵੇਖਦਾ ਪਿਆ ਏ ਤਾਂ ਵੀ ਉਹਦਾ ਸੁਭਾਅ ਉਹ ਰਿਜ਼ਕ ਜਿਹੜਾ ਏ ਉਹ ਮਨੁੱਖ ਨੂੰ ਦੇਈ ਜਾਂਦਾ ਹੈ। ਸਾਹਿਬ ਕਹਿਣ ਲੱਗੇ ਇਹੋ ਜੀਓ ਪਿੰਡ ਸਭ ਥਾਰੇ। ਇਹ ਜਿੰਦ ਸਰੀਰ ਜਿਹੜਾ ਹੈ ਇਹ ਸਾਰਾ ਤੁਹਾਡਾ ਦਿੱਤਾ ਹੋਇਆ ਹੈ। ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਤੇਰੇ ਦਰਸ਼ਨ ਕਉ ਹਮ ਬਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਹੇ ਚੋਜੀ, ਹੇ ਲਾਲ, ਹੇ ਅਕਾਲ ਪੁਰਖ ਵਾਹਿਗੁਰੂ ਜੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ, ਮਨ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਇਹ ਚੋਜ ਨੇ। ਤੇਰੇ ਦਰਸ਼ਨ ਕਉ ਹਮ ਬਾਰੇ। ਅਸੀਂ ਤੇ ਤੁਹਾਡੇ ਦਰਸ਼ਨਾਂ ਵਾਸਤੇ ਕੁਰਬਾਨ ਜਾਂਦੇ ਹਾਂ। ਕਿਉਂਕਿ ਗੁਰੂ ਕਾ ਸਿੱਖ ਅਰਦਾਸ ਕਰਦਾ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ। ਕਈ ਇਹ ਨੇਮ ਬਣਾ ਲੈਂਦੇ ਨੇ ਜਿੰਨਾ ਚਿਰ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਕਰ ਲੈਂਦਾ, ਸਤਿਗੁਰੂ ਜੀ ਦੀ ਸੰਗਤ ਨਹੀਂ ਕਰ ਲੈਂਦਾ, ਗੁਰੂ ਕੇ ਦੀਦਾਰ ਨਹੀਂ ਕਰ ਲੈਂਦਾ, ਉਹਨਾਂ ਚਿਰ ਜਿਹੜਾ ਹੈ ਆਪਣੇ ਜਿਹੜਾ ਹੈ ਮੁੱਖ ਦੇ ਵਿੱਚ ਕੋਈ ਵੀ ਚੀਜ਼ ਪਾਵਾਂਗਾ ਨਹੀਂ। ਸਾਹਿਬ ਕਹਿਣ ਲੱਗੇ ਤੇਰੇ ਦਰਸ਼ਨ ਕਉ ਹਮ ਵਾਰੇ। ਅਸੀਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਂਦੇ ਹਾਂ। ਕਿਉਂਕਿ ਇਹ ਬੇਨਤੀ ਕਰਦਾ ਹੈ ਦਰਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ। ਸਤਿਗੁਰ ਚਰਨਾ ਸਾਹਿਬ ਕਹਿਣ ਲੱਗੇ ਉਹ ਵੇਲਾ ਧਨ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਜਾਂ ਗੁਰੂ ਦੇ ਦੀਦਾਰ ਕਰਦਾ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ।
ਸਤਿਗੁਰ ਚਰਨਾ ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਸੁਣ ਨਾਮ ਚ ਤੇਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਤੇਰੇ ਦਰਸ਼ਨ ਕਉ ਹਮ ਬਾਰੇ ਕਿਹੇ ਚੋਜੀ ਅਕਾਲ ਪੁਰਖ ਵਾਹਿਗੁਰੂ ਜੀ। ਹੇ ਲਾਲ ਹੇ ਪ੍ਰੀਤਮ ਮਨ ਮੋਹਣ ਮਨ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਰਸ਼ਨ ਕਉ ਹਮ ਬਾਰੇ ਤੇਰੇ ਦਰਸ਼ਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਰਹਾਉ ਰਹਾਉ ਦਾ ਅਰਥ ਹੈ ਠਹਿਰਾਓ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਪ੍ਰਭ ਦਾਤਾ ਦਾਤਾ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹੈ, ਕਿਉਂਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ। ਸਾਹਿਬ ਕਹਿਣ ਲੱਗੇ ਅਸੀਂ ਦੀਨ ਹਾਂ, ਨਿਮਾਣੇ ਹਾਂ, ਭਿਖਾਰੀ ਹਾਂ, ਮੰਗਤੇ ਹਾਂ, ਪਰ ਤੇਰੇ ਦਰ ਤੇ ਆਏ ਹਾਂ। ਤੁਮ ਸਦਾ ਸਦਾ ਉਪਕਾਰੇ। ਜਦੋਂ ਕੋਈ ਤੇਰੇ ਦਰ ਤੇ ਮੰਗਤਾ ਬਣ ਕੇ ਆਉਂਦਾ ਹੈ ਨਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੂੰ ਕੁੰਟ ਮਾਨੈ। ਜਿਸ ਕਿਸੇ ਮਨੁੱਖ ਨੂੰ ਕੋਈ ਵੀ ਨਾਨਾ ਸੰਸਾਰ ਦੇ ਵਿੱਚ ਜਾਣਦਾ ਹੋਵੇ, ਉਹ ਜੇ ਨਾਮ ਜਪਣ ਲੱਗ ਪਵੇ, ਬਾਣੀ ਪੜ੍ਹਨ ਲੱਗ ਪਵੇ, ਸੇਵਾ ਕਰਨ ਲੱਗ ਪਵੇ, ਸਿਮਰਨ ਕਰਨ ਲੱਗ ਪਵੇ, ਫਿਰ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੂੰ ਕੁੰਟ ਮਾਨੈ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਪਰ ਇੱਕ ਗੱਲ ਹੈ, ਕਮਾਈ ਕਰਨੀ ਪਵੇਗੀ। ਪਰ ਸਾਡੀ ਹਾਲਤ ਇਹ ਹੈ, ਹਰ ਸਿਮਰਨ ਸਾੜ ਪਰਮਗਤ ਚਾਹੈ। ਮਨੁੱਖ ਕਹਿੰਦਾ ਹੈ, ਜੀਵ ਕਹਿੰਦਾ ਹੈ ਮੈਨੂੰ ਕਰਨਾ ਕੁਝ ਨਾ ਪਵੇ, ਨਾ ਤੇ ਮੈਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਪਵੇ, ਨਾ ਮੈਨੂੰ ਸੇਵਾ ਕਰਨੀ ਪਵੇ, ਨਾ ਮੈਨੂੰ ਬਾਣੀ ਪੜ੍ਹਨੀ ਪਵੇ, ਨਾ ਮੈਨੂੰ ਸਿਮਰਨ ਕਰਨਾ ਪਵੇ, ਨਾ ਮੈਨੂੰ ਅਭਿਆਸ ਕਰਨਾ ਪਵੇ। ਹਰ ਸਿਮਰਨ ਸਾੜ ਪਰਮਗਤ ਚਾਹੈ। ਪਰ ਚਾਹੁੰਦਾ ਹੈ ਕਿ ਮੈਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਵੇ। ਤੇ ਸਤਿਗੁਰੂ ਜੀ ਕਹਿਣ ਲੱਗੇ ਮੂਲ ਬਿਨਾ ਸਾਖਾ ਕਾ ਤਿਆ ਹੈ। ਜਿਵੇਂ ਮੂਲ ਨਾ ਹੋਵੇ ਤੇ ਉਸ ਰੁੱਖ ਨੂੰ ਜਿਹੜਾ ਹੈ ਨਾ ਹੀ ਫੁੱਲ ਲੱਗਦੇ ਨੇ ਤੇ ਨਾ ਹੀ ਫਲ ਲੱਗਦੇ ਨੇ। ਜੇ ਮੂਲ ਦੇ ਨਾਲ ਜੁੜਿਆ ਹੋਵੇਗਾ ਤੇ ਫਿਰ ਉਹਨੂੰ ਸਾਰਾ ਕੁਝ ਲੱਗਦਾ ਹੈ। ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ ਹੈ, ਸਵਈਆ ਉਚਾਰਨ ਕੀਤਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਇਹ ਸਵਈਆ ਹੈ। ਦੂਸਰਾ ਸਵਈਆ ਹੈ ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵੇ। ਭਾਈ ਗੁਰਦਾਸ ਜੀ ਕਹਿਣ ਲੱਗੇ ਜਿਹੜਾ ਸਿੱਖ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਚੱਲ ਕੇ ਜਾਂਦਾ ਹੈ ਨਾ, ਫਿਰ ਸਾਰਾ ਸੰਸਾਰ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰ ਹੈ ਧਾਵੇ। ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸਾਹਿਬ ਦੀ ਆਗਿਆ ਦੇ ਵਿੱਚ ਚੱਲਣ ਲੱਗ ਪੈਂਦੇ ਨੇ ਨਾ, ਫਿਰ ਉਹਨਾਂ ਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਚੱਲਣ ਲੱਗ ਪੈਂਦਾ ਹੈ। ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰ ਹੈ ਧਾਵੇ। ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੈ ਸਿੱਖ ਸਰਬ ਨਿਧਾਨ ਅਗਰ ਭਾਗ ਲੈ ਬੁਲਾਵੇ। ਸਾਹਿਬ ਕਹਿਣ ਲੱਗੇ ਜੇ ਕੋਈ ਸਿੱਖ ਫਿਰ ਸੇਵਾ ਕਰਦਾ ਹੈ ਨਾ, ਤੇ ਸੇਵਾ ਕਰਕੇ ਕੀ ਮਿਲਦਾ ਹੈ? ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ। ਜਿਹੜੇ ਫਿਰ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ ਨਾ, ਪਰ ਕਰਦੇ ਕਿਵੇਂ ਨੇ? ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੇ ਕੋਈ ਚਿੱਤ ਲਾ ਕੇ ਸੇਵਾ ਕਰਦਾ ਹੈ ਉਹਨੂੰ ਕੀ ਮਿਲਦਾ ਹੈ? ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ। ਮਨ ਚੰਦੇ ਫਲਾਂ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ ਤੇ ਹਉਮੈ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਕੋਈ ਸੇਵਾ ਤੇ ਸਿਮਰਨ ਕਰਦਾ ਹੈ ਨਾ, ਜੇ ਕੋਈ ਰੋਗੀ ਮਨੁੱਖ ਹੋਵੇ ਉਹ ਅਰੋਗ ਹੋ ਜਾਂਦਾ ਹੈ, ਜੇ ਕੋਈ ਨਿਰਧਨ ਹੋਵੇ ਉਹ ਧਨਵਾਨ ਹੋ ਜਾਂਦਾ ਹੈ, ਤੇ ਜਿਹਦੇ ਘਰ ਔਲਾਦ ਨਾ ਹੋਵੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਔਲਾਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ
ਮਨ ਤਨ ਭੈ ਅਰੋਗਾ। ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੇਗਾ ਤੇ ਕੀ ਹੋਵੇਗਾ? ਮਨ ਵੀ ਅਰੋਗ ਹੋ ਜਾਵੇਗਾ, ਤਨ ਵੀ ਅਰੋਗ ਹੋ ਜਾਵੇਗਾ। ਕਿਉਂਕਿ ਇਹ ਮੇਰੇ ਸਤਿਗੁਰੂ ਜੀ ਦਾ ਦਰ ਐਸਾ ਹੈ, ਜਿਹੜਾ ਇੱਥੇ ਆ ਕੇ ਅਰਦਾਸ ਕਰਦਾ ਹੈ ਨਾ, ਉਹਨੂੰ ਕੀ ਮਿਲਦਾ ਹੈ? ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਸਤਿਗੁਰੂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਜਿਹੜਾ ਹੈ ਉਹ ਬਚਨ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰਹਿ ਧਾਵੇ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੇ ਪ੍ਰਵੇਸ਼ ਜਾਹੇ, ਤਾਕੀ ਸੀਖ ਸੁਨਤ ਪਰਮ ਪਦ ਪਾਵੇ। ਸਾਹਿਬ ਕਹਿਣ ਲੱਗੇ, ਸਤਿਗੁਰੂ ਜੀ ਦੀ ਸਿੱਖਿਆ ਦੀਖਿਆ ਜਿਹੜੀ ਸਿੱਖ ਦੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਜਾਵੇ ਨਾ, ਤੇ ਜਿਹੜੇ ਫਿਰ ਉਹਨਾਂ ਦੀ ਸਿੱਖਿਆ ਸੁਣਦੇ ਨੇ, ਉਹ ਵੀ ਸੰਸਾਰ ਦੇ ਉੱਤੋਂ ਜਿਹੜਾ ਹੈ ਉਹ ਵੀ ਪਰਮ ਪਦ ਨੂੰ ਜਿਹੜਾ ਹੈ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਤੁਸੀਂ ਸਾਡੇ ਤੇ ਸਦਾ ਹੀ ਮਿਹਰ ਕਰਨ ਵਾਲੇ ਹੋ, ਕਿਉਂਕਿ ਮੇਰੇ ਸਾਹਿਬ ਦਾ ਬਚਨ ਹੈ, ਸਾਹਿਬ ਮੇਰਾ ਮਿਹਰਵਾਨ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਸਾਹਿਬ ਸਦਾ ਹੀ ਮਿਹਰਾਂ ਕਰਦਾ ਹੈ। ਸੋ ਕਿਸ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸੋ ਕਿਸ ਨਾਹੀ ਜੇ ਮੈਂ ਤੇ ਹੋਵੈ। ਉਹ ਕੋਈ ਵੀ ਕਾਰਜ ਜਿਹੜਾ ਹੈ ਉਹ ਸੰਪੂਰਨ ਨਹੀਂ ਹੁੰਦਾ ਸਤਿਗੁਰੂ ਜੀ, ਜਿੰਨਾ ਚਿਰ ਤੁਸੀਂ ਮੇਰੀ ਸਹਾਇਤਾ ਨਾ ਕਰੋ। ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ। ਅਗਮ ਦਾ ਅਰਥ ਹੈ ਅਪਹੁੰਚ, ਅਪਾਰੇ ਦਾ ਅਰਥ ਹੈ ਜਿਹਦਾ ਪਾਰਾਵਾਰ ਨਾ ਪਾ ਸਕਿਆ ਜਾਵੇ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਠਾਕੁਰ ਜੀ ਤੁਸੀਂ ਅਗਮ ਅਪਾਰੇ ਹੋ, ਤੁਹਾਡੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ ਕਹਿਣ ਵਾਲੇ, ਤੇਰੇ ਰਹੇ ਸਮਾਏ ਕੋਈ ਤੇਰਾ ਅੰਤ ਤੇ ਨਹੀਂ ਪਾ ਸਕਦਾ, ਪਰ ਜਿਹੜੇ ਤੈਨੂੰ ਯਾਦ ਕਰਦੇ ਨੇ ਉਹ ਹਰ ਕਾ ਸੇਵਕ। ਸੋ ਹਰ ਜਿਹਾ ਦੀ ਅਵਸਥਾ ਦੇ ਜਿਹੜੇ ਨੇ ਉਹ ਮਾਲਕ ਬਣ ਜਾਂਦੇ ਨੇ। ਸਾਹਿਬ ਕਹਿਣ ਲੱਗੇ, ਜਦੋਂ ਤੈਨੂੰ ਭੁਲਾ ਦੇਣਾ ਹੈ ਨਾ, ਤੇ ਉਦੋਂ ਕੋਈ ਵੀ ਸੰਸਾਰ ਦੇ ਵਿੱਚ ਕਾਰਜ ਕਰਨ ਲੱਗਦਾ ਵਾਂ ਤੇ ਕੀ ਹੁੰਦਾ ਹੈ? ਕੋਟ ਬਿਗਨ ਤਿਸ ਲਾਗਤੇ, ਜਿਸ ਨੂੰ ਵਿਸਰੈ ਨਾਉ। ਜਦੋਂ ਤੇਰੇ ਨਾਮ ਨੂੰ ਭੁਲਾਇਆ ਹੁੰਦਾ ਹੈ, ਫਿਰ ਕੋਈ ਵੀ ਕਾਰਜ ਕਰਨ ਲੱਗਣਾ ਹੈ ਤੇ ਕਰੋੜਾਂ ਵਿਘਨ ਉਹਦੇ ਵਿੱਚ ਆਣ ਕਰਕੇ ਜਿਹੜਾ ਹੈ ਉਹ ਕੰਮ ਦੇ ਵਿੱਚ ਵਿਘਨ ਪੈ ਜਾਂਦਾ ਹੈ। ਕੋਟ ਬਿਗਨ ਤਿਸ ਲਾਗਤੇ, ਜਿਸ ਨੂੰ ਵਿਸਰੈ ਨਾਉ। ਤੇ ਉਹਨਾਂ ਜੀਵਾਂ ਦੀ ਹਾਲਤ ਕੀ ਹੁੰਦੀ ਹੈ? ਨਾਨਕ ਆਨ ਦਿਨ ਬਿਲਪਤੇ, ਜੋ ਸੁਣਿਆ ਘਰ ਕਾਓ। ਉਹ ਇਸ ਤਰ੍ਹਾਂ ਭਟਕਦੇ ਫਿਰਦੇ ਨੇ ਜਿਵੇਂ ਸੁਣਿਆ ਘਰਾਂ ਦੇ ਵਿੱਚ ਕਾਂ ਜਿਹੜਾ ਹੈ ਉਹ ਆਵਾਜ਼ਾਂ ਦਿੰਦਾ ਹੈ, ਕਾਂ ਜਿਹੜਾ ਹੈ ਉਹ ਬੋਲਦਾ ਹੈ। ਇਸੇ ਤਰ੍ਹਾਂ ਉਹਨਾਂ ਜੀਵਾਂ ਦੀ ਹਾਲਤ ਹੋ ਜਾਂਦੀ ਹੈ। ਕਿਉਂਕਿ ਅਸੀਂ ਬਾਣੀ ਦਾ ਬਚਨ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੁਹਾਰੀ। ਤੇ ਜਿਹੜੇ ਤੈਨੂੰ ਜਪਦੇ ਨੇ, ਜਿਹੜੇ ਤੇਰੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਅਰਦਾਸ ਕਰਕੇ, ਆਗਿਆ ਲੈ ਕਰਕੇ, ਸਤਿਗੁਰੂ ਜੀ ਤੋਂ ਹੁਕਮਨਾਮਾ ਲੈ ਕਰਕੇ ਕੋਈ ਵੀ ਕਾਰਜ ਆਰੰਭ ਕਰਦੇ ਨੇ, ਤੇ ਸਾਹਿਬ ਕਹਿਣ ਲੱਗੇ, ਕੋਟ ਬਿਗਨ ਸਗਲੇ ਉਠ ਨਾਠੇ, ਦੁੱਖ ਨਾ ਨੇੜੇ ਆਇਆ। ਉਹਨਾਂ ਦੇ ਸਾਰੇ ਬਿਗਨ ਜਿਹੜੇ ਨੇ, ਕਰੋੜਾ ਬਿਗਨ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ, ਤੇ ਦੁੱਖ ਵੀ ਜਿਹੜਾ ਹੈ ਉਹਨਾਂ ਦੇ ਨੇੜੇ ਨਹੀਂ ਆਉਂਦਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਸੋ ਕਿਸ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮਾ ਪਾਰੇ। ਉਹ ਕੋਈ ਵੀ ਕਾਰਜ ਜਿਹੜਾ ਹੈ ਤੁਹਾਡੀ ਸਹਾਇਤਾ ਤੋਂ ਬਿਨਾਂ ਮੇਰਾ ਕੋਈ ਕਾਰਜ ਸੰਪੂਰਨ ਨਹੀਂ ਹੋ ਸਕਦਾ। ਇਹ ਤੇ ਸੰਸਾਰੀ ਕਾਰਜ ਹੈ, ਉਹ ਵੀ ਸਤਿਗੁਰੂ ਜੀ ਤੋਂ ਆਗਿਆ ਨਾ ਲਈਏ ਤੇ ਉਹ ਕਾਰਜ ਜਿਹੜਾ ਹੈ ਉਹ ਸੰਪੂਰਨ ਨਹੀਂ ਹੁੰਦਾ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਕੀਤਾ ਲੋੜੀਆ ਕੰਮ ਸੁਹਾਰ ਪਹਿ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਤੇ ਸੰਸਾਰੀ ਕਾਰਜ ਦੀ ਗੱਲ ਹੋ ਗਈ। ਤੇ ਸਾਹਿਬ ਕਹਿਣ ਲੱਗੇ, ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨਹਿ ਬਸੇਰਾ। ਜਿਹੜੇ ਕੰਮ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਹੈ ਨਾ, ਜੇ ਉਹਦਾ ਤੂੰ ਉਪਾਰ ਕਰਨਾ ਹੈ, ਤੇ ਸਾਹਿਬ ਕਹਿਣ ਲੱਗੇ ਫਿਰ ਇੱਕ ਕਾਰਜ ਕਰਿਆ ਕਰ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਬੰਦਿਆਂ ਦੀ ਉਸਤਤ ਕਰਨੀ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਿਆ ਕਰ। ਹੇ ਮੇਰੇ ਮਨਾ, ਤੂੰ ਇਹ ਸੱਚਾ ਉਪਾਰ ਕਰਿਆ ਕਰ। ਕਿਆ ਸੇਵ ਕਮਾਵੋ, ਕਿਆ ਕਹਿ ਜਾਵੋ, ਬਿਦ ਕਿਤ ਪਾਵੋ ਦਰਸਾਰੇ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਕਾਲ ਪੁਰਖ ਵਾਹਿਗੁਰੂ ਜੀ, ਕਿਆ ਸੇਵ ਕਮਾਵੋ, ਕਿਹੜੀ ਤੁਹਾਡੀ ਸੇਵਾ ਕਰਾਂ, ਕਿਆ ਕਹਿ ਰੀਝਾਵੋ, ਕਿਹੜੇ ਬੋਲ ਬੋਲ ਕੇ ਜਿਹੜਾ ਏ ਉਹ ਤੁਹਾਨੂੰ ਮੈਂ ਰਿਝਾ ਲਵਾਂ, ਪ੍ਰਸੰਨ ਕਰ ਲਵਾਂ। ਕਿਉਂਕਿ ਕਾਮਣ ਕਾਮਣ ਕਰੈ ਤਉ ਪਿਰ ਕਉ ਪਾਵੈ। ਸਾਹਿਬ ਕਹਿਣ ਲੱਗੇ, ਜਿਹੜੀ ਇਸਤਰੀ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਜਾਂ ਸੰਸਾਰ ਦੇ ਵਿੱਚ ਆਪਣੇ ਪਤੀ ਨੂੰ ਜਿਹੜਾ ਕੋਈ ਕਾਰਜ ਚੰਗਾ ਨਾ ਲੱਗਦਾ ਹੋਵੇ ਉਹ ਨਾ ਕਰੇ ਤੇ ਉਹ ਸਦਾ ਹੀ ਸ਼ੋਭਾ ਪਾਉਂਦੀ ਹੈ। ਤੇ ਸਾਹਿਬ ਕਹਿਣ ਲੱਗੇ, ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਕੰਮ ਚੰਗਾ ਨਹੀਂ ਲੱਗਦਾ, ਸਿੱਖਾ ਤੂੰ ਵੀ ਆਪਣੇ ਜੀਵਨ ਦੇ ਵਿੱਚ ਨਾ ਕਰਿਆ ਕਰ। ਕਿਉਂਕਿ ਤੈਨੂੰ ਤੇ ਗੁਰੂ ਨੇ ਹਦਾਇਤ ਕੀਤੀ ਸੀ ਸਾਬਤ ਸੂਰਤ ਦਸਤਾਰ ਸਿਰਾ, ਪਰ ਆਈ ਤੂੰ ਇਹ ਜਿਹੜਾ ਹੈ ਸਾਬਤ ਸੂਰਤ ਰਹਿਣ ਤੋਂ ਵੀ ਗੁਸਤਾਖੀ ਮਾਫ, ਸਾਬਤ ਸੂਰਤ ਰਹਿਣ ਤੋਂ ਵੀ ਗੁਰੇਜ਼ ਕਰਨ ਲੱਗ ਪਿਆ ਹੈ। ਤੈਨੂੰ ਇਹ ਹੁਕਮ ਕੀਤਾ ਸੀ ਪ੍ਰਥਮ ਰਹਿਤ ਜਹ ਜਾਣ, ਖੰਡੇ ਕੀ ਪਹੁ ਸਕੇ, ਆਈ ਤੂੰ ਇਹਦੇ ਤੋਂ ਵੀ ਜਿਹੜਾ ਹੈ ਕਿਤੇ ਨਾ ਕਿਤੇ ਮੁਨਕਰ ਹੁੰਦਾ ਪਿਆ ਹੈ ਕਿ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਕੀ ਕਰਨੀ ਹੈ। ਤੈਨੂੰ ਤੇ ਹਦਾਇਤ ਕੀਤੀ ਸੀ ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ। ਤੂੰ ਅੱਜ ਜਿਹੜਾ ਹੈ ਉਹ ਵੀ ਨਹੀਂ ਜਪਦਾ ਪਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਨੂੰ 3 ਉਪਦੇਸ਼ ਦਿੱਤੇ ਸੀ, ਕਿਰਤ ਕਰੋ, ਨਾਮ ਜਪੋ, ਵੰਡ ਸਕੋ। ਕਿਰਤ ਤੇ ਹਰੇਕ ਮਨੁੱਖ ਕਰਨੀ ਚਾਹੁੰਦਾ ਹੈ, ਪਰ ਨਾਮ ਜਿਹੜਾ ਹੈ ਉਹ ਨਹੀਂ ਜਪਣਾ ਚਾਹੁੰਦਾ, ਤੇ ਵੰਡ ਕੇ ਸਕਣ ਦੀ ਗੱਲ ਉਹ ਵੀ ਹੈ ਨ ਵਿਰਲੇ, ਨਾ ਹੀ ਘਣੇ ਫੈਲ ਫਕੜ ਸੰਸਾਰ। ਦੂਸਰਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ 3 ਉਪਦੇਸ਼ ਦਿੱਤੇ ਸੀ। ਇੱਕ ਜਿਹੜਾ ਹੈ ਭਾਈ ਮਰਦਾਨਿਆ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਦੂਸਰਾ ਕੇਸ ਕਤਲ ਨਹੀਂ ਕਰਵਾਉਣੇ। ਤੀਸਰਾ ਆਏ ਗਏ ਰਾਹੀ ਦੀ ਸੇਵਾ ਕਰਨੀ ਹੈ। ਇਹ ਭਾਈ ਮਰਦਾਨੇ ਨੂੰ ਉਪਦੇਸ਼ ਨਹੀਂ ਦਿੱਤੇ ਸਾਧ ਸੰਗਤ, ਇਹ ਸਾਨੂੰ ਉਪਦੇਸ਼ ਦਿੱਤੇ ਸੀ। ਪਰ ਅੱਜ ਆਪਣੇ ਘਰਾਂ ਦੇ ਵਿੱਚ, ਆਪਣੇ ਹਿਰਦਿਆਂ ਦੇ ਵਿੱਚ, ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਪਏ ਹਾਂ। ਦੂਸਰਾ ਕੇਸ ਸਾਬਤ ਰੱਖਣੇ ਨੇ, ਸਾਬਤ ਸੂਰਤ ਦਸਤਾਰ ਸਿਰਾ ਦਾ ਸਿਧਾਂਤ ਸੀ ਕੇਸ ਕਤਲ ਨਹੀਂ ਕਰਵਾਉਣੇ। ਅੱਜ ਉਹ ਵੀ ਜਿਹੜਾ ਹੈ ਸਾਡੇ ਨੌਜਵਾਨ ਵੀਰ ਜਿੰਨਾ ਚਿਰ ਤੇ ਮਾਤਾ ਪਿਤਾ ਦੇ ਆਖੇ ਲੱਗਦੇ ਨੇ, ਮਾਂ ਜਿਹੜੀ ਹੈ ਉਹਨਾਂ ਦਾ ਜੂੜਾ ਕਰਦੀ ਹੈ, ਉਹਨਾਂ ਦੇ ਕੇਸਾਂ ਦੀ ਸੰਭਾਲ ਕਰਦੀ ਹੈ। ਪਰ ਜਦੋਂ ਮਾਤਾ ਤੋਂ ਜਿਹੜਾ ਬੱਚਾ ਦੂਰ ਹੁੰਦਾ ਜਾਂਦਾ ਹੈ, ਫਿਰ ਉਹ ਜਿਹੜਾ ਹੈ ਆਪਣੇ ਕਤਲ ਜਿਹੜਾ ਹੈ ਕੇਸ ਆਪ ਕਤਲ ਕਰਵਾ ਲੈਂਦਾ ਹੈ। ਇਸੇ ਤਰ੍ਹਾਂ ਭਾਈ ਮਰਦਾਨੇ ਜੀ ਨੂੰ ਦੂਸਰਾ ਉਪਦੇਸ਼ ਸੀ ਕੇਸ ਕਤਲ ਨਹੀਂ ਕਰਵਾਉਣੇ। ਉਹ ਵੀ ਜਿਹੜਾ ਹੈ ਅੱਜ ਸਾਡੇ ਘਰਾਂ ਦੇ ਵਿੱਚ ਇਹ ਨੌਬਤ ਆ ਗਈ ਹੈ। ਕਿਉਂਕਿ ਪਹਿਲਾਂ ਵੇਖੀਦਾ ਸੀ ਤੇ ਸਾਰੇ ਘੱਟੋ ਘੱਟ ਸਰਦਾਰ ਹੋਇਆ ਕਰਦੇ ਸਨ। ਅੱਜ ਕਿਸੇ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣਾ ਹੋਵੇ ਨਾ ਘਰਾਂ ਦੇ ਵਿੱਚ, ਤੇ ਸਾਨੂੰ ਜਿਹੜੇ ਨੇ 5 ਸਿੰਘ ਸਾਬਤ ਸੂਰਤ ਵੀ ਜਿਹੜਾ ਹੈ ਅੰਮ੍ਰਿਤਧਾਰੀ, ਤੇ ਕਿਤੇ ਗੱਲ ਰਹੀ ਸਾਬਤ ਸੂਰਤ ਵੀ ਨਹੀਂ ਲੱਭਦੇ। ਤੇ ਇੱਥੋਂ ਤੱਕ ਤੀਸਰਾ ਬਚਨ ਸੀ ਆਏ ਗਏ ਰਾਹੀ ਦੀ ਸੇਵਾ ਕਰਨੀ। ਅੱਜ ਜੇ ਕੋਈ ਸਾਡੇ ਘਰ ਦੇ ਵਿੱਚ ਆ ਜਾਵੇ, ਹੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ, ਕੋਈ ਵਿਰਲਾ ਹੋਵੇਗਾ। ਜੇ ਕੋਈ ਰਾਹਗੀਰ ਆਵੇ ਤੇ ਆ ਕੇ ਪ੍ਰਸਾਦਾ ਛਕਣ ਦੀ ਮੰਗ ਕਰੇ ਤੇ ਪ੍ਰਸਾਦਾ ਛਕਾ ਕੇ ਘੱਲੇ। ਕਿਉਂਕਿ ਗੁਰੂ ਕੇ ਸਿੱਖ ਦਾ, ਗੁਰੂ ਦਾ ਜਿਹੜਾ ਸਿੱਖ ਹੈ ਨਾ, ਉਹਦੇ ਘਰ ਦਾ, ਗੁਰੂ ਘਰ ਦਾ ਵੀ ਸਿਧਾਂਤ ਇਹ ਹੈ ਕਿ ਇੱਥੇ ਜਿਹੜਾ ਵੀ ਆਵੇ ਉਹਨੂੰ ਦੇਗ ਮਿਲਣੀ ਚਾਹੀਦੀ ਹੈ। ਜਿਹੜਾ ਚੜ੍ਹ ਕੇ ਆਵੇ ਉਹਦੇ ਵਾਸਤੇ ਤੇਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਤੇ ਗੁਰੂ ਕੇ ਸਿੱਖ ਦੇ ਘਰੋਂ ਇਹ ਦੋਵੇਂ ਚੀਜ਼ਾਂ ਜਿਹੜੀਆਂ ਸੀ ਉਹ ਨਜ਼ਰ ਹੀ ਆਉਣੀਆਂ ਚਾਹੀਦੀਆਂ ਸੀ। ਪਰ ਅੱਜ ਜੇ ਕੋਈ ਗੁਰੂ ਕੇ ਸਿੱਖ ਦੇ ਘਰ ਵੀ ਕੋਈ ਰਾਹਗੀਰ ਆ ਜਾਵੇ ਨਾ, ਭੁੱਖਾ ਆ ਜਾਵੇ ਕਿ ਮੈਨੂੰ ਪ੍ਰਸਾਦੇ ਦੀ ਲੋੜ ਹੈ, ਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਵੀ ਮਾਫ ਕਰਨਾ। ਕਿਤੇ ਨਾ ਕਿਤੇ ਇਹ ਜਿਹੜਾ ਸਿਧਾਂਤ ਹੈ ਇਹ ਜਿਹੜਾ ਹੈ ਛੁਪਦਾ ਜਾ ਰਿਹਾ ਹੈ, ਇਹਦੇ ਤੋਂ ਅਸੀਂ ਮੁਨਕਰ ਹੁੰਦੇ ਜਾ ਰਹੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਕਿਆ ਸੇਵ ਕਮਾਵੋ, ਕਿਆ ਕਹਿ ਰੀਝਾਵੋ, ਬਿਦ ਕਿਤ ਪਾਵੋ ਦਰਸਾਰੇ। ਕਿਹੜੇ ਤਰੀਕੇ ਨਾਲ ਤੁਹਾਡੇ ਦਰਸ਼ਨ ਕਰਾਂ, ਕਿਹੜੀ ਸੇਵਾ ਕਰਾਂ ਜਿਹਦੇ ਨਾਲ ਤੁਸੀਂ ਰੀਝ ਜਾਓ, ਕਿਹੜਾ ਬਚਨ ਕਰਾਂ ਜਿਹਦੇ ਨਾਲ ਤੁਸੀਂ ਪ੍ਰਸੰਨ ਹੋ ਜਾਓ। ਮਿਤ ਨਹੀਂ ਪਾਈਐ ਅੰਤ ਨ ਲਹੀਐ, ਮਨ ਤਰਸੈ ਚਰਨਾਰੇ। ਮਿਤ ਦਾ ਅਰਥ ਹੈ ਮਾਪ। ਸਾਹਿਬ ਕਹਿਣ ਲੱਗੇ, ਅਕਾਲ ਪੁਰਖ ਵਾਹਿਗੁਰੂ ਜੀ, ਨਾ ਤੇ ਤੁਹਾਡਾ ਕੋਈ ਨਾ ਤੇ ਤੁਹਾਨੂੰ ਕੋਈ ਮਾਪ ਸਕਦਾ ਹੈ, ਤੇ ਨਾ ਕੋਈ ਤੁਹਾਡੇ ਗੁਣਾਂ ਦਾ ਅੰਤ ਪਾ ਸਕਦਾ ਹੈ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ, ਸਤਿਗੁਰੂ ਜੀ ਨੇ ਇਹ ਜਿਹੜਾ ਹੈ ਅਖੀਰਲੀ ਪੌੜੀ ਦੇ ਉੱਤੇ ਇਹ ਬਖਸ਼ਿਸ਼ ਕਰ ਦਿੱਤੀ। ਕੀ ਬਖਸ਼ਿਸ਼ ਕੀਤੀ? ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਵਾਹੇ।
ਸਾਹਿਬ ਕਹਿਣ ਲੱਗੇ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ। ਪਰ ਮਨ ਦੇ ਵਿੱਚ ਇੱਕ ਚਾਹ ਹੈ ਕਿ ਤੇਰੇ ਚਰਨਾਂ ਦੇ ਨਾਲ ਪ੍ਰੀਤ ਬਣ ਜਾਵੇ। ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤਰੇ ਨਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੇਰੀ ਝੋਲੀ ਦੇ ਵਿੱਚ ਇੱਕ ਖੈਰ ਪਾ ਦਿਓ। ਕੀ ਖੈਰ ਪਾਓ? ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇੱਕ ਬੰਦਗੀ ਦੀ ਖੈਰ ਪਾ ਦਿਓ। ਦੂਸਰਾ ਇਹ ਖੈਰ ਪਾਵੋ ਦਾਨ। ਇਹ ਦਾਨ ਦੇਣਾ ਕਰੋ। ਢੀਠ ਹੋਏ ਮੰਗੋ, ਅਸੀਂ ਤੇਰੇ ਦੁਆਰ ਤੇ ਢੀਠ ਹੋ ਕਰਕੇ ਤੇਰੇ ਪਾਸੋਂ ਇਹ ਦਾਤ ਮੰਗਦੇ ਹਾਂ। ਮੁਖ ਲਾਗੈ ਸੰਤਰੇ ਨਾਰੇ, ਜਿਹੜੇ ਤੇਰੇ ਰੱਬ ਦੇ ਪਿਆਰੇ ਨੇ, ਤੇਰਾ ਨਾਮ ਜਪਣ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਸੰਤ ਨੇ, ਉਹਨਾਂ ਦੀ ਜਿਹੜੀ ਹੈ ਚਰਨਾਂ ਦੀ ਧੂੜ ਸਾਡੇ ਮਸਤਕ ਦੇ ਉੱਤੇ ਲੱਗ ਜਾਵੇ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਾਹਿਬ ਕਹਿਣ ਲੱਗੇ ਅਸੀਂ ਉਹਦੀ ਧੂੜ ਮੰਗਦੇ ਹਾਂ, ਲੋਚਦੇ ਹਾਂ, ਜਿਹੜਾ ਆਪ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ। ਸਤਿਗੁਰੂ ਜੀ ਕਹਿਣ ਲੱਗੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤਰੇ ਨਾਰੇ। ਇਹ ਜਿਹੜੀ ਹੈ ਸਾਡੇ ਝੋਲੀ ਦੇ ਵਿੱਚ ਖੈਰ ਪਾ ਦਿਓ। ਅਸੀਂ ਤੇਰੇ ਦਰ ਤੇ ਢੀਠ ਹੋ ਕਰਕੇ ਤੇਰੇ ਪਾਸੋਂ ਇਹ ਦਾਤ ਮੰਗਦੇ ਪਏ ਆ। ਮੁਖ ਲਾਗੈ ਸੰਤਰੇ ਨਾਰੇ, ਜਿਹੜੇ ਤੇਰੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਰੇਨ ਜਿਹੜੀ ਹੈ, ਧੂੜ ਜਿਹੜੀ ਹੈ, ਉਹ ਸਾਡੇ ਮਸਤਕ ਤੇ ਲੱਗ ਜਾਵੇ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਗੁਰੂ ਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਹੈ। ਪ੍ਰਭ ਹਾਥ ਦੇ ਨਿਸਤਾਰੇ, ਅਕਾਲ ਪੁਰਖ ਵਾਹਿਗੁਰੂ ਨੇ ਹੱਥ ਦੇ ਕਰਕੇ ਸਾਨੂੰ ਸੰਸਾਰ ਸਮੁੰਦਰ ਤੋਂ ਜਿਹੜਾ ਹੈ ਉਹ ਪਾਰ ਕਰ ਲਿਆ। ਕਿਉਂਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਤੇ ਜਦੋਂ ਇਸ ਤਰ੍ਹਾਂ ਕੀਤਾ, ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕਰਤ ਕਰੀਐ। ਸਾਹਿਬ ਕਹਿਣ ਲੱਗੇ ਜਦੋਂ ਤੂੰ ਇਸ ਤਰ੍ਹਾਂ ਕਰੇਗਾ ਨਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ, ਜਦੋਂ ਤੂੰ ਊਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕਰਤ ਕਰੀਐ, ਉੱਠਦਿਆਂ ਬੈਠਦਿਆਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੇਗਾ। ਤੇ ਆਨ ਦਿਨ ਦਾ ਅਰਥ ਹੈ ਹਰ ਰੋਜ਼ ਹਰ ਵੇਲੇ, ਸੁਕਰਿਤ ਦਾ ਅਰਥ ਹੈ ਚੰਗੇ ਕਰਮ। ਸਾਹਿਬ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਕਰੇਗਾ ਨਾ, ਫਿਰ ਤੇਰੇ ਤੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇਗੀ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਤੂੰ ਹੀ ਬੇਨਤੀ ਕਰੇਗਾ ਸੰਸਾਰ ਸਮੁੰਦੇ, ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੋ ਲੈ। ਜਦੋਂ ਬੇਨਤੀ ਕਰੇਗਾ ਫਿਰ ਅਕਾਲ ਪੁਰਖ ਵਾਹਿਗੁਰੂ ਹੱਥ ਦੇ ਕੇ, ਹੱਥ ਸਿਰ ਤੇ ਰੱਖ ਕੇ ਤੇਰਾ ਵੀ ਜਿਹੜਾ ਹੈ ਸੰਸਾਰ ਤੋਂ ਪਾਰੋ ਤਾਰਾ ਕਰ ਦੇਵੇਗਾ। ਪ੍ਰਭ ਹਾਥ ਦੇ ਨਿਸਤਾਰੇ, ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਨੇ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਮਹੰਤ ਕਿਰਪਾਲ ਦਾਸ ਜੀ ਦੀ ਸਾਲਾਨਾ ਯਾਦ ਦੇ ਅੰਦਰ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਹੇਰਾਂ ਵਿਖੇ 1 ਅਪ੍ਰੈਲ 2022 ਨੂੰ ਬੜੇ ਵੱਡੇ ਪੱਧਰ ਤੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਆਪ ਸੰਗਤਾਂ ਨੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਇਸ ਸਥਾਨ ਦੇ ਉੱਤੇ ਜਿਹੜੇ ਨੇ ਆਪਣੇ ਨਾਮ ਲਿਖਵਾਉਣ ਦੀ ਕਿਰਪਾਲਤਾ ਕਰਨ। ਸੋ ਸਤਿਗੁਰੂ ਜੀ ਦੀ ਕਿਰਪਾ ਕਰਨ। ਸ਼ਬਦ ਦੀ ਵਿਚਾਰ, ਇਤਿਹਾਸ ਦੀਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਵਣ। ਕਿਨਕਾ ਏਕ ਜਿਸ ਜੀਏ ਬਸਾਵੇ, ਇੱਕ ਕਿਨਕਾ ਮਾਤਰ ਵੀ ਜਿਹੜਾ ਹੈ ਸਤਿਗੁਰੂ ਜੀ ਦਾ ਬਚਨ ਕਮਾ ਲਈਏ ਤੇ ਆਪਣੇ ਜੀਵਨ ਨੂੰ ਬਾਣੀ ਪੜ੍ਹ ਕੇ, ਸੇਵਾ ਕਰਕੇ, ਸਿਮਰਨ ਕਰਕੇ ਸਫਲਿਆਂ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਹ ਦਾਤ ਬਖਸ਼ਣ ਕਰਨ। ਦੇਹੋ ਸੱਜਣ ਅਸੀਸਰੀਆ, ਜਿਉ ਹੋਵੇ ਸਾਹਿਬ ਸੋ ਮੇਲ। ਜਦੋਂ ਇਹ ਦਾਤ ਸਾਡੇ ਹਿਰਦਿਆਂ ਦੇ ਵਿੱਚ ਟਿਕ ਜਾਵੇਗੀ, ਗੁਰੂ ਕੀ ਬਾਣੀ ਸਾਡੇ ਹਿਰਦਿਆਂ ਦੇ ਵਿੱਚ ਟਿਕ ਜਾਵੇਗੀ, ਫਿਰ ਕੀ ਹੋਵੇਗਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਣਗੇ। ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ।
ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੀਤੀ ਮਨ ਵਜੀਆ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ। ਕਰਮੀ ਆਪੋ ਆਪਣੀ ਕੇ ਨੇੜੈ ਕੇ। ਜਿਨੀ ਨਾਮ ਧਿਆਇਆ ਗਏ ਮਸਕਤ। ਨਾਨਕ ਤੇ ਮੁਖ ਉਜਲੇ ਕੀਤੀ। ਜਿਨੀ ਨਾਮ ਧਿਆਇਆ ਗਏ ਮਸਕਤ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਅਰਦਾਸ ਜੀਉ ਪਿੰਡ ਕੋਨੋ ਤੇ ਮਰੀ ਤੇਰਾ ਭਾਵੇਂ ਸੁਭੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਮੈਂ ਸੁਚਰਤਾਰੀ ਬੰਤੇ ਹੋ ਸੋ ਆਗਿਆਕਾਰ ਵਿਗਤ ਮਿੱਤਰ ਤੁਮਹੀ ਜਾਣੀ ਨਾਨਕ ਰਾਸ ਸਦਾ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸਾਹਿਬ ਜਾ ਰਹੀਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਬੈਠ ਕੀਤਾ ਤਨਾ ਪਿਆਰਿਆਂ ਖਟਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਤਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਤਹਾਂ ਤਹਾਂ ਰਸਿਆ ਰਿਆਇਤ ਦੇਵਤੇ ਗੁਰਮਤਿ ਗੁਰਮੁਖੀ ਪੈਟ ਕੰਪੀ ਕੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਰ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਜੀ ਮਤ ਪਤ ਦਾ ਰਾਖਾ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਰਾਨ ਖਾਲਸਾ ਜੀ ਨੂੰ ਬਖਸ਼ੋ ਖੇਲ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਯੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਾਹਲੀਆਣਾ ਸਾਹਿਬ ਰਾਏਕੋਟ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਦੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਅੰਦਰ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਲੜੀਵਾਰ ਕਥਾ ਉਚਾਰਨ ਹੋਣ ਸਤਿਗੁਰੂ ਜੀ
ਕੀਰਤਨ ਕਰਦਿਆਂ ਤੋ ਕਥਾ ਵਿਚਾਰਾ ਕਰਦਿਆਂ ਤੋ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਵਾਸਤੇ ਸੁਮਤ ਬਖਸ਼ੀ, ਸਤਿਗੁਰੂ ਦੀ ਕਿਰਪਾ ਕਰਨੀ, ਆਈ ਹੋਈ ਸੰਗਤ ਦੀ ਆਈ ਦੀ ਦਰ ਪ੍ਰਮਾਣ ਕਰਨੀ, ਕਦਮ ਕਦਮ ਲੇਖੇ ਲਾਉਣਾ, ਤਿਲ ਫੁੱਲ ਭੇਟਾ ਕਰ ਪ੍ਰਮਾਣ, ਘਰੋਂ ਘਰੋਂ ਗੁਰ ਸਿੱਖੀ ਨਾਮ ਦਾਨ, ਸੇਵਾ ਸੰਗਨੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਕੜਾ ਪ੍ਰਸਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਮਾਣ ਹੋਏ ਪ੍ਰਮਾਣ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸਤਿਗੁਰੂ ਦੀ ਕਿਰਪਾ ਕਰੋ, ਹੁਕਮਨਾਮੇ ਦੀ ਰਾਤ ਬਖਸ਼ ਕੇ ਸੰਤਾਂ ਨੂੰ ਕਰਤਾਰ ਕਰੋ, ਹੁਕਮਨਾਮੇ ਅਨੁਸਾਰ ਚੱਲਣ ਦੀ ਸੋਝੀ ਸਮਰੱਥਾ ਬਖਸ਼ਣੀ, ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਹੋ ਜਾਏ, ਉਹ ਸ਼ਬਦ ਮਿਲੇ ਰਾਜ ਕਰੇਗਾ ਖਾਲਸਾ ਕੀ ਰਹਿ ਦੁਆਰ ਹੋਏ ਸਾਡੀ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਤੇਰੇ ਸੁਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਬਾਰ ਉਤਾਰਨਹਾਰ, ਜੋ ਸਰਦਾ ਕਰ ਸੇਵਦੇ ਗੁਰਬਾਰ ਉਤਾਰਨਹਾਰ, ਬੋਲੇ ਸੋ ਨਿਹਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੋਦੇ ਆਗੈ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁਖ ਸੁਖ ਤੁਝ ਹੀ ਪਾਸ, ਵਿਚੇ ਧਰਤੀ ਵਿਚੇ ਪਾਣੀ, ਵਿੱਚ ਕਾਸਟ ਅਗਨ ਤਰੀਜੈ, ਬੱਕਰੀ ਸਿੰਘ ਇਕ ਤੈ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆਰੇ, ਸੋ ਕਹੋ ਟਲ ਗੁਰ ਸੇਵੀਐ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ, ਹੋਵੈ ਸਿਫਤ ਖਸਮ ਦੀ ਨੂਰ ਅਰਸਹੁ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ, ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ।
ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹ ਮਿਲੰਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।